BA ਸਮੈਸਟਰ ਫਸਟ। ਗੁਰਗੱਦੀ ਜਾਂ ਗੁਰਿਆਈ ਦੀ ਪਰੰਪਰਾ ਨੇ ਸਿੱਖ ਧਰਮ ਦੇ ਵਿਕਾਸ ਵਿੱਚ ਕੀ ਯੋਗਦਾਨ ਪਾਇਆ? ਸਿੱਖ ਧਰਮ ਵਿੱਚ ਗੁਰਗੱਦੀ ਦਾ ਬਹੁਤ ਮਹੱਤਵ ਹੈ। ਇੱਥੇ ਅਸੀਂ ਗੁਰਗੱਦੀ ਅਤੇ ਗੁਰਗੱਦੀ ਦੀ ਪਰੰਪਰਾ ਦੁਆਰਾ ਸਿੱਖ ਧਰਮ ਦੇ ਵਿਕਾਸ ਵਿੱਚ ਪਾਏ ਯੋਗਦਾਨ ਸੰਬੰਧੀ ਵਿਚਾਰ ਕਰ ਰਹੇ ਹਾਂ। ਗੁਰਗੱਦੀ ਦਾ ਅਰਥ। ਸਭ ਤੋਂ ਪਹਿਲਾਂ ਅਸੀਂ ਗੁਰਗੱਦੀ ਅਰਥ ਦੇ ਵਿਚਾਰ ਕਰਦੇ ਹਾਂ। ਗੁਰੂ ਜੋਤੀ ਦਾ ਅਗਲੇ ਗੁਰੂ ਵਿੱਚ ਪ੍ਰਵੇਸ਼ ਕਰਨਾ ਅਤੇ ਉਸ ਦਾ ਗੁਰੂਆਂ ਵਾਲੀ ਜ਼ਿੰਮੇਵਾਰੀ ਦਾ ਸੰਭਾਲਣਾ ਹੀ ਗੁਰਗੱਦੀ ਹੈ। ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਗੁਰਗੱਦੀ ਤੋਂ ਭਾਵ ਇੱਕ ਗੁਰੂ ਦੁਆਰਾ ਅਗਲੇ ਗੁਰੂ ਨੂੰ ਉਸ ਅੰਦਰਲੀ ਯੋਜਨਾ ਦੇ ਆਧਾਰ 'ਤੇ ਵਿਕਾਸ ਹਿੱਤ ਸੌਂਪੀ ਜ਼ਿੰਮੇਵਾਰੀ ਗੁਰਗੱਦੀ ਦੇਣਾ ਹੈ। ਗੁਰਗੱਦੀ ਦੇਣ ਦੀ ਪ੍ਰਕਿਰਿਆ। ਸ਼੍ਰੋਮਣੀ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੁਆਰਾ ਪ੍ਰਕਾਸ਼ਿਤ ਅਤੇ ਪ੍ਰੋਫੈਸਰ ਕਰਤਾਰ ਸਿੰਘ ਦੁਆਰਾ ਲਿਖੇ ਸਿੱਖ ਇਤਿਹਾਸ ਦੇ ਪੰਨਾ 112 ਉੱਤੇ ਗੁਰੂ ਨਾਨਕ ਸਾਹਿਬ ਵੱਲੋਂ ਭਾਈ ਲਹਿਣਾ ਦੂਜੇ ਗੁਰੂ ਜੀ ਦਾ ਗੁਰਿਆਈ ਤੋਂ ਪਹਿਲਾਂ ਦਾ ਨਾਮ। ਭਾਈ ਲਹਿਣਾ ਜੀ ਨੂੰ ਗੁਰਗੱਦੀ ਦੇਣ ਦੀ ਪ੍ਰਕਿਰਿਆ ਨੂੰ ਸ਼ਬਦੀ ਰੂਪ ਵਿੱਚ ਦਿੰਦਿਆਂ ਹੇਠ ਲਿਖੇ ਅਨੁਸਾਰ ਲਿਖਿਆ ਹੈ। ਹਾੜਵਦੀ 13 ਸੰਮਤ 1596 ਨੂੰ ਗੁਰੂ ਨਾਨਕ ਦੇਵ ਜੀ ਨੇ ਲਹਿਣਾ ਜੀ ਅੱਗੇ 5 ਪੈਸੇ ਤੇ ਨਾਰੀਅਲ ਰੱਖ ਕੇ ਬਾਬਾ ਬੁੱਢਾ ਜੀ ਪਾਸੋਂ ਤਿਲਕ ਦੀ ਮਰਿਆਦਾ ਕਰਵਾਈ। ਉਹਨਾਂ ਦਾ ਨਾਂ ਆਪਨੇ ਅੰਗਦ ਰੱਖਿਆ। ਇਤਿਹਾਸ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਬਕਾਇਦਾ ਗੁਰਗੱਦੀ ਦੇਣ ਦੀ ਰਸਮ ਬਾਕੀ ਗੁਰੂਆਂ ਦੇ ਸਮੇਂ ਵੀ ਪ੍ਰਚਲਿਤ ਰਹੀ। ਭੱਟ ਵਹੀਆਂ ਦੀ ਗਵਾਹੀ। ਗੁਰਗੱਦੀ ਦੇ ਸੰਬੰਧ ਵਿੱਚ ਭੱਟ ਵਹੀ ਤਲੌਂਡਾ ਪਰਗਨਾ ਜੀਂਦ ਅਤੇ ਭੱਟ ਵਹੀ ਮੁਲਤਾਨੀ ਸਿੰਧੀ ਵਿੱਚ ਲਿਖਿਆ ਹੈ। ਗੁਰੂ ਗੋਬਿੰਦ ਸਿੰਘ ਮਹੱਲਾ 10ਵਾਂ ਬੇਟਾ ਗੁਰੂ ਤੇਗ ਬਹਾਦਰ ਜੀ ਦਾ ਸੰਮਤ 1765 ਕਾਰਤਿਕ ਅੱਸੂ ਦੀ ਚੌਥ ਸ਼ੁਕਲਾ ਪੱਖੇ ਬੁੱਧਵਾਰ ਨੇ ਦੇਹੋਂ ਦਇਆ ਸਿੰਘ ਸੋ ਬਚਨ ਹੁਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਲੈ ਆਓ। ਬਚਨ ਪਾਏ ਦਇਆ ਸਿੰਘ ਸ਼੍ਰੀ ਗੁਰੂ ਗ੍ਰੰਥ ਸਾਹਿਬ ਲੈ ਆਏ। ਗੁਰੂ ਜੀ ਨੇ 5 ਪੈਸੇ ਇੱਕ ਨਾਰੀਅਲ ਭੇंट करके मत्था टेका। सर्वबती संगति से कहा मेरा हुक्म है मेरी जगह श्री गुरु ग्रंथ साहिब के जानना। जो सिख जानेगा तिसकी काल थाए पएगी गुरु तिसकी बौड़ी करेगा। गुरु गद्दी ਦੀ ਸਿੱਖੀ ਦੇ ਵਿਕਾਸ ਵਿੱਚ ਯੋਗਦਾਨ। ਗੁਰੂ ਨਾਨਕ ਸਾਹਿਬ ਤੋਂ ਸਿੱਖ ਮੱਤ ਦਾ ਆਰੰਭ ਹੋਇਆ। ਗੁਰੂ ਨਾਨਕ ਸਾਹਿਬ 20 ਪ੍ਰਵੇਸ਼ ਪਿੱਛੋਂ ਜਦੋਂ ਅਕਾਲ ਪੁਰਖ ਨਾਲ ਮੁਲਾਕਾਤ ਕਰਕੇ ਬਾਹਰ ਆਏ ਤਾਂ ਲੋਕਾਂ ਨੇ ਉਹਨਾਂ ਨੂੰ ਗੁਰੂ ਸਵੀਕਾਰ ਕਰ ਲਿਆ ਸੀ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਜਿਹੜੇ ਸਿਧਾਂਤ ਦਿੱਤੇ ਉਹ ਸਿੱਖ ਸਿਧਾਂਤ ਅਖਵਾਉਂਦੇ ਹਨ। ਉਸ ਤੋਂ ਪਿਛਲੇ ਗੁਰੂ ਸਾਹਿਬਾਨ ਨੇ ਸਿੱਖੀ ਦੇ ਵਿਕਾਸ ਵਿੱਚ ਗੁਰਗੱਦੀ ਪ੍ਰਾਪਤ ਪਿੱਛੋਂ ਆਪੋ ਆਪਣਾ ਯੋਗਦਾਨ ਪਾਇਆ। ਇਹ ਯੋਗਦਾਨ ਬਾਣੀ ਸਿਰਜਣ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਸੰਸਥਾ ਸਥਾਪਕ ਕਰਨ ਨਵੇਂ ਨਗਰਾਂ ਦੀ ਉਸਾਰੀ ਕਰਨ ਸਿੱਖਾਂ ਨੂੰ ਉਹਨਾਂ ਦੇ ਧਾਰਮਿਕ ਸਥਾਨ ਦੇਣ ਸ਼ਹਾਦਤ ਆਦਿ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਵੱਖ-ਵੱਖ ਸਿੱਖ ਗੁਰੂਆਂ ਨੇ ਸਿੱਖੀ ਦੇ ਵਿਕਾਸ ਲਈ ਆਪਣਾ ਆਪਣਾ ਯੋਗਦਾਨ ਪਾਇਆ ਜੋ ਹੇਠ ਲਿਖੇ ਹਨ। ਗੁਰੂ ਅੰਗਦ ਦੇਵ ਜੀ। ਗੁਰੂ ਨਾਨਕ ਸਾਹਿਬ ਵੱਲੋਂ ਲੱਗੀਆਂ ਕਸਵੱਟੀਆਂ 'ਤੇ ਖਰੇ ਉਤਰਨ ਪਿੱਛੋਂ ਮਿਤੀ 14 ਜੂਨ 1539 ਨੂੰ ਆਪ ਜੀ ਨੂੰ ਗੁਰਗੱਦੀ ਦਿੱਤੀ ਗਈ ਅਤੇ ਭਾਈ ਲਹਿਣਾ ਤੋਂ ਗੁਰੂ ਅੰਗਦ ਬਣਾ ਦਿੱਤਾ। ਆਪਣੇ ਪੁੱਤਰਾਂ ਨੂੰ ਛੱਡ ਕੇ ਗੁਰੂ ਨਾਨਕ ਦੇਵ ਜੀ ਦੁਆਰਾ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੇਣੀ ਇੱਕ ਬਹੁਤ ਵੱਡੀ ਘਟਨਾ ਸੀ। ਇਸ ਨਾਲ ਸਿੱਖ ਧਰਮ ਵਿੱਚ ਇੱਕ ਲੀਹ ਪੈ ਗਈ ਕਿ ਗੁਰਗੱਦੀ ਖਾਨਦਾਨ ਵਿੱਚ ਦੇਣੀ ਲਾਜ਼ਮੀ ਨਹੀਂ ਸਗੋਂ ਯੋਗ ਵਿਅਕਤੀ ਹੀ ਇਸ ਦਾ ਹੱਕਦਾਰ ਹੈ। ਗੁਰੂ ਅੰਗਦ ਸਾਹਿਬ ਨੇ ਗੁਰਬਾਣੀ ਦੀ ਰਚਨਾ ਗੁਰਮੁਖੀ ਲਿਪੀ ਦਾ ਪ੍ਰਚਾਰ ਤੇ ਸੁਧਾਰ ਅਨੁਸ਼ਾਸਿਤ ਜੀਵਨ ਜਿਉਣ ਦਾ ਉਪਦੇਸ਼ ਦੇਣਾ ਗੋਇੰਦਵਾਲ ਵਸਾਉਣ ਆਦਿ ਕੰਮ ਸਿੱਖੀ ਵਿਕਾਸ ਲਈ ਕੀਤੇ ਕਿਉਂਕਿ ਉਸ ਸਮੇਂ ਸਿੱਖੀ ਦੇ ਵਿਕਾਸ ਲਈ ਕੇਂਦਰ ਉਸਾਰਨੇ ਜ਼ਰੂਰੀ ਸਨ। ਸੋ ਗੁਰੂ ਜੀ ਨੇ ਗੋਇੰਦਵਾਲ ਨੂੰ ਵਸਾ ਕੇ ਇਸ ਪਾਸੇ ਇੱਕ ਨਿੱਘਰ ਕਦਮ ਚੁੱਕਿਆ। ਗੁਰੂ ਅਮਰਦਾਸ ਜੀ। ਗੁਰੂ ਅੰਗਦ ਦੇਵ ਜੀ ਨੇ ਵੀ ਗੁਰੂ ਨਾਨਕ ਦੁਆਰਾ ਪਰਿਵਾਰ ਤੋਂ ਬਾਹਰ ਗੱਦੀ ਦੇਣ ਦੇ ਸਿਧਾਂਤ ਨੂੰ ਅਪਣਾਇਆ ਜੋ ਸਿੱਖ ਧਰਮ ਵਿੱਚ ਇੱਕ ਵਧੀਆ ਪਰੰਪਰਾ ਆਰੰਭ ਹੋ ਗਈ। ਇਹ ਪਰੰਪਰਾ ਗੁਰੂ ਅਮਰਦਾਸ ਜੀ ਦੀ ਚੋਣ ਸਮੇਂ ਵੀ ਵੇਖਣ ਨੂੰ ਮਿਲਦੀ ਹੈ। ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਪ੍ਰਾਪਤੀ ਲਈ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਦਾਤੂ ਦੀ ਵਿਰੋਧਤਾ ਬਾਬਾ ਸ਼੍ਰੀ ਚੰਦ ਦੀ ਮੁਖਫਿਤ ਗੋਇੰਦਵਾਲ ਦੇ ਮੁਸਲਮਾਨਾਂ ਵੱਲੋਂ ਰੋੜਾ ਬੰਨ੍ਹਣਾ ਰੂੜੀਵਾਦੀ ਹਿੰਦੂਆਂ ਦੀ ਵਿਰੋਧਤਾ ਆਦਿ।
ਗੁਰੂ ਅੰਗਦ ਦੇਵ ਜੀ ਨੇ ਆਪਣੀ ਸੱਚਖੰਡ ਵਾਪਸੀ ਦਾ ਸਮਾਂ ਨੇੜੇ ਆਇਆ ਵੇਖ ਕੇ ਮਿਤੀ 29 ਮਾਰਚ ਸੰਨ 1552 ਨੂੰ ਵਿਧੀ ਅਨੁਸਾਰ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਸੌਂਪ ਦਿੱਤੀ। ਗੁਰੂ ਅਮਰਦਾਸ ਜੀ ਨੇ ਗੁਰਗੱਦੀ ਪ੍ਰਾਪਤ ਕਰਨ ਪਿੱਛੋਂ ਸਿੱਖ ਧਰਮ ਦੇ ਵਿਕਾਸ ਵਿੱਚ ਇੱਕ ਨਿੱਘਰ ਯੋਗਦਾਨ ਪਾਇਆ। ਇਸ ਯੋਗਦਾਨ ਵਿੱਚ ਸ਼ਾਮਲ ਹਨ ਬਾਣੀ ਰਚਨਾ, ਗੋਇੰਦਵਾਲ ਵਿਖੇ ਬਾਉਲੀ ਦੀ ਉਸਾਰੀ, ਲੰਗਰ ਪ੍ਰਥਾ ਦਾ ਵਿਸਥਾਰ, ਸਿੱਖ ਗੁਰੂਆਂ ਅਤੇ ਹੋਰਨਾਂ ਦੀ ਬਾਣੀ ਨੂੰ ਇਕੱਠਾ ਕਰਨਾ, ਮੰਜੀ ਪ੍ਰਥਾ ਦਾ ਵਿਕਾਸ ਕਰਨਾ, ਉਦਾਸੀਆਂ ਨਾਲੋਂ ਸਿੱਖਾਂ ਨੂੰ ਵੱਖ ਕਰਨਾ, ਸਮਾਜ ਵਿਚਲੇ ਵਹਿਮਾਂ ਭਰਮਾਂ ਅਤੇ ਗਲਤ ਰੀਤੀ ਰਿਵਾਜ ਦਾ ਵਿਰੋਧ ਕਰਨਾ, ਵੱਖਰੀ ਮਰਿਆਦਾ ਤਿਆਰ ਕਰਨਾ, ਜਿਵੇਂ ਅਨੇਕ ਵਿਆਹ ਦਾ ਮੁੱਢ ਬੰਨ੍ਹਣਾ, ਖਾਣਾ ਬਣਾਉਣ ਵੇਲੇ ਪਾਠ ਕਰਨਾ ਆਦਿ। ਪ੍ਰਸਿੱਧ ਇਤਿਹਾਸਕਾਰ ਮੈਕਾਲਿਫ ਲੰਗਰ ਦੀ ਪ੍ਰਥਾ ਦੇ ਵਿਸਥਾਰ ਦੇ ਸੰਬੰਧ ਵਿੱਚ ਲਿਖਦਾ ਹੈ, ਗੁਰੂ ਦੇ ਦਰਸ਼ਨ ਕਰਨ ਲਈ ਆਉਣ ਵਾਲੇ ਸਾਰੇ ਲੋਕਾਂ ਨੂੰ ਭੋਜਨ ਦਿੱਤਾ ਜਾਂਦਾ ਸੀ। ਭੋਜਨ ਪ੍ਰਾਪਤ ਕਰਨ ਵਾਲਿਆਂ ਵਿੱਚ ਯਾਤਰੀ, ਭਿਖਾਰੀ ਅਤੇ ਗੁਰੂ ਜੀ ਦੇ ਪੈਰੋਕਾਰ ਆਦਿ ਸਾਰੇ ਸ਼ਾਮਿਲ ਹੁੰਦੇ ਸਨ। ਗੁਰੂ ਅਮਰਦਾਸ ਜੀ। ਚੌਥੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਗੁਰੂ ਅਮਰਦਾਸ ਜੀ ਤੋਂ ਪ੍ਰਾਪਤ ਹੋਈ। ਆਪ ਜੀ ਦਾ ਗੁਰਗੱਦੀ ਤੋਂ ਪਹਿਲਾ ਨਾਮ ਭਾਈ ਜੇਠਾ ਜੀ ਸੀ। ਭਾਈ ਜੇਠਾ ਜੀ ਦੇ ਗੁਰਗੱਦੀ ਪ੍ਰਾਪਤੀ ਦੇ ਰਾਹ ਵਿੱਚ ਵੀ ਕੁਝ ਕੁ ਔਕੜਾਂ ਆਈਆਂ ਤੇ ਵਿਰੋਧਤਾਵਾਂ ਵੀ ਹੋਈਆਂ। ਗੁਰੂ ਅਮਰਦਾਸ ਜੀ ਦੇ ਦੋ ਸਾਹਿਬਜ਼ਾਦੇ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਗੁਰਗੱਦੀ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਨਹੀਂ ਸਨ। ਇਸ ਕਰਕੇ ਸੱਚਖੰਡ ਵਾਪਸੀ ਦਾ ਸਮਾਂ ਨੇੜੇ ਦੇਖ ਕੇ ਗੁਰੂ ਅਮਰਦਾਸ ਜੀ ਨੇ ਮਿਤੀ 1 ਸਤੰਬਰ ਸੰਨ 1574 ਨੂੰ ਵਿਧੀ ਪੂਰਵਕ ਗੁਰਗੱਦੀ ਗੁਰੂ ਰਾਮਦਾਸ ਜੀ ਨੂੰ ਸੌਂਪ ਦਿੱਤੀ। ਸਿੱਖ ਧਰਮ ਦੇ ਵਿਕਾਸ ਲਈ ਗੁਰੂ ਰਾਮਦਾਸ ਜੀ ਨੇ ਕਈ ਕੰਮ ਕੀਤੇ, ਜਿਵੇਂ ਬਾਣੀ ਰਚਨਾ, ਅੰਮ੍ਰਿਤਸਰ ਦੀ ਸਥਾਪਨਾ, ਸਿੱਖੀ ਦੇ ਪ੍ਰਚਾਰ ਲਈ ਮਸੰਦ ਪ੍ਰਥਾ ਆਰੰਭ ਕਰਨੀ, ਉਦਾਸੀਆਂ ਨਾਲ ਭੇਦਭਾਵ ਦਾ ਖਾਤਮਾ ਕਰਨਾ, ਸਮਾਜ ਸੁਧਾਰ, ਸਿੱਖੀ ਦਾ ਪ੍ਰਚਾਰ, ਸਿੱਖ ਬਹੁ ਰੀਤਾਂ ਪੱਕੀਆਂ ਕਰਨੀਆਂ। ਗੁਰੂ ਜੀ ਨੇ ਸਿੱਖਾਂ ਦੇ ਮਨਾਂ ਵਿੱਚ ਕੁਰਬਾਨੀ ਦੀ ਦ੍ਰਿੜਤਾ ਕਰਾਉਣ ਦੇ ਹੁਕਮ ਦਿੱਤੇ। ਗੁਰੂ ਅਰਜਨ ਦੇਵ ਜੀ। ਹੁਣ ਭਾਵੇਂ ਗੁਰਗੱਦੀ ਖਾਨਦਾਨ ਵਿੱਚ ਰਹਿਣੀ ਸੀ, ਪਰ ਫਿਰ ਵੀ ਇਹ ਸਥਾਨ ਯੋਗ ਵਿਅਕਤੀ ਨੂੰ ਹੀ ਪ੍ਰਾਪਤ ਹੁੰਦਾ ਸੀ। ਜਦੋਂ ਗੁਰੂ ਰਾਮਦਾਸ ਜੀ ਦਾ ਸੱਚਖੰਡ ਵਾਪਸੀ ਦਾ ਸਮਾਂ ਨੇੜੇ ਆ ਗਿਆ, ਉਹਨਾਂ ਨੇ ਸੰਗਤਾਂ ਦਾ ਉਚੇਚਾ ਇਕੱਠ ਕੀਤਾ। ਸਾਰੀਆਂ ਸੰਗਤਾਂ ਦੀ ਸੰਮਤੀ ਨਾਲ ਆਪ ਨੇ ਫੈਸਲਾ ਕੀਤਾ ਕਿ ਗੁਰਤਾ ਦੀ ਗੱਦੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੌਂਪੀ ਜਾਵੇ। ਇਸ ਲਈ ਮਿਤੀ 1 ਸਤੰਬਰ ਸੰਨ 1581 ਨੂੰ ਗੁਰੂ ਜੀ ਨੂੰ ਗੁਰਗੱਦੀ ਦਿੱਤੀ ਗਈ ਅਤੇ ਬਾਬਾ ਬੁੱਢਾ ਜੀ ਪਾਸੋਂ ਤਿਲਕ ਲਗਵਾਇਆ। ਗੁਰਗੱਦੀ ਪ੍ਰਾਪਤ ਤੋਂ ਪਹਿਲਾਂ ਆਪ ਜੀ ਦਾ ਵੀ ਵਿਰੋਧ ਕੀਤਾ ਗਿਆ ਅਤੇ ਕਈ ਔਕੜਾਂ ਆਈਆਂ, ਜਿਵੇਂ ਪ੍ਰੀਥੀਏ ਦੀ ਦੁਸ਼ਮਣੀ, ਜੱਦੀ ਸੰਪੱਤੀ ਉੱਤੇ ਅਧਿਕਾਰ ਜਤਲਾਉਣਾ, ਅਕਬਰ ਨੂੰ ਸ਼ਿਕਾਇਤ, ਚੰਦੂ ਸ਼ਾਹ ਦਾ ਵਿਰੋਧ ਆਦਿ। ਗੁਰਗੱਦੀ ਪ੍ਰਾਪਤ ਪਿੱਛੋਂ ਆਪ ਨੇ ਸਿੱਖੀ ਦੇ ਵਿਕਾਸ ਹਿੱਤ ਜਿਹੜੇ ਕੰਮ ਕੀਤੇ, ਉਹਨਾਂ ਵਿੱਚੋਂ ਪ੍ਰਮੁੱਖ ਹਨ ਹਰਿਮੰਦਰ ਸਾਹਿਬ ਦੀ ਉਸਾਰੀ, ਤਰਨ ਤਾਰਨ ਦੀ ਸਥਾਪਨਾ, ਲਾਹੌਰ ਦੀ ਬਾਉਲੀ ਦੀ ਉਸਾਰੀ, ਹਰਗੋਬਿੰਦ ਅਤੇ ਛੇਹਰਹਟਾ ਦੀ ਸਥਾਪਨਾ, ਕਰਤਾਰਪੁਰ ਦੀ ਨੀਂਹ ਰੱਖਣੀ, ਮਸੰਦ ਪ੍ਰਥਾ ਦਾ ਵਿਕਾਸ, ਬਾਣੀ ਰਚਨਾ, ਆਦਿ ਗ੍ਰੰਥ ਦਾ ਸੰਪਾਦਨ, ਸ਼ਾਨਦਾਰ ਦਰਬਾਰ ਦੀ ਸਥਾਪਨਾ ਆਦਿ। ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦੀ ਉਸਾਰੀ ਅਤੇ ਆਦਿ ਗ੍ਰੰਥ ਦਾ ਸੰਕਲਨ ਮਹਾਨ ਘਟਨਾਵਾਂ ਹਨ, ਜਿਹੜੀਆਂ ਦੁਨੀਆ ਦੇ ਇਤਿਹਾਸ ਵਿੱਚ ਵੀ ਘੱਟ ਹੀ ਵੇਖਣ ਨੂੰ ਮਿਲਦੀਆਂ ਹਨ। ਗੁਰੂ ਹਰਿਗੋਬਿੰਦ ਸਾਹਿਬ। ਪਹਿਲੇ ਗੁਰੂ ਸਾਹਿਬਾਨ ਦੀ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਵੀ ਗੁਰਗੱਦੀ ਪ੍ਰਾਪਤੀ ਦੇ ਰਾਹ ਵਿੱਚ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਬਚਪਨ ਵਿੱਚ ਇਹਨਾਂ ਨੂੰ ਮਾਰ ਮੁਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਆਪ ਜੀ ਨੂੰ 25 ਮਈ ਸੰਨ 1606 ਈਸਵੀ ਨੂੰ ਗੁਰਗੱਦੀ ਦਿੱਤੀ ਗਈ। ਉਸ ਸਮੇਂ ਆਪ ਜੀ ਦੀ ਉਮਰ 11 ਸਾਲ ਦੀ ਸੀ। ਇਤਿਹਾਸ ਅਨੁਸਾਰ ਆਪ ਜੀ ਨੂੰ ਗੁਰਗੱਦੀ ਦੇਣ ਦੀ ਪ੍ਰਕਿਰਿਆ ਬਦਲ ਗਈ। ਸੇਲੀ ਟੋਪੀ ਦੀ ਥਾਂ ਸਿਰ 'ਤੇ ਦਸਤਾਰ ਸਜਾਈ ਗਈ ਅਤੇ ਮੀਰੀ ਪੀਰੀ ਦੀਆਂ 2 ਤਲਵਾਰਾਂ ਧਾਰਨ ਕੀਤੀਆਂ ਗਈਆਂ। ਗੁਰਗੱਦੀ ਪ੍ਰਾਪਤ ਤੋਂ ਪਿੱਛੋਂ ਆਪ ਨੇ ਸਿੱਖੀ ਦੇ ਪ੍ਰਚਾਰ ਹਿੱਤ ਲਈ ਨਿੱਤ ਦੇ ਪ੍ਰੋਗਰਾਮ ਵਿੱਚ ਤਬਦੀਲੀਆਂ, ਯੋਧਿਆਂ ਦਾ ਸਤਿਕਾਰ, ਸੱਚੇ ਪਾਤਸ਼ਾਹ ਦੀ ਉਪਾਧੀ ਧਾਰਨ ਕਰਨੀ, ਮੀਰੀ ਪੀਰੀ ਦਾ ਸਿਧਾਂਤ ਦੇਣਾ, ਅਕਾਲ ਤਖਤ ਦੀ ਉਸਾਰੀ, ਫੌਜ ਦਾ ਸੰਗਠਨ, ਘੋੜਿਆਂ ਅਤੇ ਹਥਿਆਰਾਂ ਦਾ ਸੰਗ੍ਰਹਿ, ਅੰਮ੍ਰਿਤਸਰ ਦੀ ਕਿਲ੍ਹੇਬੰਦੀ, ਕੀਰਤਪੁਰ ਵਿਖੇ ਸਿੱਖੀ ਪ੍ਰਚਾਰ ਆਦਿ ਦੇ ਕਾਰਜ ਕੀਤੇ। ਗੁਰੂ ਹਰਿਰਾਏ ਸਾਹਿਬ। ਗੁਰੂ ਹਰਗੋਬਿੰਦ ਜੀ ਨੇ ਆਪਣੇ ਛੋਟੇ ਪੋਤਰੇ ਸ਼੍ਰੀ ਹਰਿਰਾਏ ਸਾਹਿਬ ਜੀ ਨੂੰ ਹਰ ਪ੍ਰਕਾਰ ਨਾਲ ਗੁਰਗੱਦੀ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਯੋਗ ਸਮਝਦਿਆਂ ਮਿਤੀ 8 ਮਾਰਚ ਸੰਨ 1644 ਨੂੰ ਗੁਰਿਆਈ ਦੀ ਰਸਮ ਅਦਾ ਕਰਕੇ ਗੁਰਗੱਦੀ ਬਖਸ਼ੀ। ਬਾਬਾ ਬੁੱਢਾ ਜੀ ਦੇ ਸਪੁੱਤਰ ਅਤੇ ਸ਼੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਭਾਈ ਭਾਨਾ ਜੀ ਨੇ ਆਪ ਨੂੰ ਗੁਰਿਆਈ ਦਾ ਤਿਲਕ ਲਗਾਇਆ।
ਆਪ ਨੇ ਸਿੱਖ ਧਰਮ ਦੇ ਵਿਕਾਸ ਲਈ ਗੁਰਗੱਦੀ ਦੀ ਪ੍ਰਾਪਤੀ ਪਿੱਛੋਂ ਸਿੱਖੀ ਦੇ ਪ੍ਰਚਾਰ ਵੱਲ ਖਾਸ ਧਿਆਨ ਦੇਣਾ, ਫੌਜ ਕਾਇਮ ਰੱਖਣੀ, ਸ਼ਾਹਜ਼ਾਦਾਦਾਰਾਂ ਨਾਲ ਸੰਬੰਧ ਸਥਾਪਿਤ ਕਰਨੇ, ਗੱਦੀ ਦੀ ਪਵਿੱਤਰਤਾ ਕਾਇਮ ਰੱਖਣੀ ਅਤੇ ਆਦਿ ਪ੍ਰਮੁੱਖ ਕੰਮ ਕੀਤੇ। ਜਦੋਂ ਰਾਮ ਰਾਏ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਡਰਦਿਆਂ ਗੁਰਬਾਣੀ ਨੂੰ ਬਦਲ ਕੇ ਸੁਣਾਇਆ, ਤਦ ਗੁਰੂ ਹਰਿ ਰਾਏ ਨੇ ਰਾਮ ਰਾਏ ਨੂੰ ਛੋਟੀ ਮੱਤ ਵਾਲਾ ਆਖਿਆ। ਗੁਰੂ ਜੀ ਨੇ ਉਸ ਨੂੰ ਸਜ਼ਾ ਦਿੱਤੀ ਕਿ ਉਹ ਮੱਥੇ ਨਾ ਲੱਗੇ ਅਤੇ ਇਹ ਵੀ ਲਿਖ ਕੇ ਭੇਜਿਆ ਕਿ ਕੀਰਤਪੁਰ ਨਾ ਆਏ। ਇੰਝ ਗੁਰੂ ਜੀ ਨੇ ਗੁਰਬਾਣੀ ਅਤੇ ਗੁਰਗੱਦੀ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ। ਗੁਰੂ ਹਰਿਕ੍ਰਿਸ਼ਨ ਜੀ। ਗੁਰੂ ਹਰਿ ਰਾਏ ਜੀ ਵੱਲੋਂ ਗੁਰੂ ਹਰਿਕ੍ਰਿਸ਼ਨ ਜੀ ਨੂੰ ਗੁਰਿਆਈ ਮਿਤੀ 7 ਅਕਤੂਬਰ ਸੰਨ 1661 ਨੂੰ ਕੀਰਤਪੁਰ ਸਾਹਿਬ ਵਿਖੇ ਦਿੱਤੀ ਗਈ। ਉਸ ਵੇਲੇ ਆਪ ਜੀ ਨੇ ਗੁਰਤਾ ਦਾ ਸਾਰਾ ਕੰਮ ਪਹਿਲੇ ਗੁਰੂਆਂ ਵਾਂਗ ਬੜੇ ਸੋਹਣੇ ਢੰਗ ਨਾਲ ਤੋਰੀ ਰੱਖਿਆ। ਆਪ ਗੁਰਗੱਦੀ ਪ੍ਰਾਪਤੀ ਤੋਂ ਪਿੱਛੋਂ ਸੰਗਤਾਂ ਨੂੰ ਗੁਰੂ ਆਸ਼ੇ ਸੰਬੰਧੀ ਉਪਦੇਸ਼ ਦਿੱਤੇ, ਉਹਨਾਂ ਦੇ ਸ਼ੰਕਿਆਂ ਨੂੰ ਦੂਰ ਕਰਦੇ ਅਤੇ ਨਾਮਦਾਨ ਬਖਸ਼ਦੇ। ਇਸ ਤੋਂ ਬਿਨਾਂ ਆਪ ਨੇ ਸਿੱਖੀ ਦੇ ਪ੍ਰਚਾਰ ਹਿੱਤ ਹਰ ਪਾਸੇ ਪ੍ਰਚਾਰਕ ਭੇਜੇ। ਜਦੋਂ ਆਪ ਦਿੱਲੀ ਗਏ, ਉੱਥੇ ਵੀ ਪਹਿਲਾਂ ਰਾਹ ਵਿੱਚ ਅਤੇ ਮਗਰੋਂ ਦਿੱਲੀ ਰਹਿੰਦਿਆਂ ਸਿੱਖੀ ਦਾ ਹੀ ਪ੍ਰਚਾਰ ਕੀਤਾ। ਦਿੱਲੀ ਹੀ ਆਪ ਜੋਤੀ ਜੋਤ ਸਮਾ ਗਏ। ਪੌਣੇ 8 ਸਾਲ ਦੀ ਉਮਰ ਵਿੱਚ ਆਪ ਜੋਤੀ ਜੋਤ ਸਮਾ ਗਏ। ਗੁਰੂ ਤੇਗ ਬਹਾਦਰ ਜੀ। ਗੁਰੂ ਹਰਿਕ੍ਰਿਸ਼ਨ ਜੀ ਨੇ ਦਿੱਲੀ ਵਿਖੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਅਗਲੇ ਗੁਰੂ ਬਾਰੇ ਸੰਕੇਤ ਕਰ ਦਿੱਤਾ ਸੀ, ਬਾਬਾ ਬਕਾਲਾ। ਉਸ ਸਮੇਂ ਗੁਰੂ ਤੇਗ ਬਹਾਦਰ ਜੀ ਬਕਾਲਾ ਵਿਖੇ ਇੱਕ ਵੈਰਾਗੀ ਦੇ ਰੂਪ ਵਿੱਚ ਵਿਚਰ ਰਹੇ ਸਨ। ਬਕਾਲੇ ਵਿਖੇ ਆਪ ਨੂੰ ਭਾਈ ਮੱਖਣ ਸ਼ਾਹ ਲੁਬਾਣੀ ਨੇ ਲੱਭਿਆ। ਸੱਚੇ ਗੁਰੂ ਦੇ ਪ੍ਰਗਟ ਹੋਣ ਤੋਂ ਬਾਅਦ ਆਪੇ ਬਣੀ ਬੈਠੇ ਗੁਰੂ ਮੰਜੀਆਂ ਚੁੱਕ ਕੇ ਖਿਸਕ ਗਏ। ਗੁਰੂ ਤੇਗ ਬਹਾਦਰ ਜੀ ਨੂੰ ਮਿਤੀ 20 ਮਾਰਚ 1665 ਨੂੰ ਬਾਬੇ ਬਕਾਲੇ ਵਿਖੇ ਗੁਰਗੱਦੀ ਦਿੱਤੀ ਗਈ। ਗੁਰੂ ਤੇਗ ਬਹਾਦਰ ਜੀ ਨੇ ਸਿੱਖ ਧਰਮ ਦੇ ਵਿਕਾਸ ਵਿੱਚ ਇੱਕ ਨਿੱਘਰ ਯੋਗਦਾਨ ਪਾਇਆ। ਇਸ ਪ੍ਰਥਾਏ ਗੁਰੂ ਜੀ ਵੱਲੋਂ ਕੀਤੇ ਕੰਮ ਹਨ: ਬਾਣੀ ਦੀ ਰਚਨਾ, ਅਨੰਦਪੁਰ ਸਾਹਿਬ ਦੀ ਨੀਂਹ ਰੱਖਣੀ, ਸਿੱਖੀ ਦੇ ਪ੍ਰਚਾਰ ਲਈ ਯਾਤਰਾਵਾਂ, ਦੂਜੇ ਧਰਮਾਂ ਵਾਲਿਆਂ ਅਤੇ ਨਿਮਾਣਿਆਂ ਲਈ ਸੁਹਿਰਦਤਾ ਰੱਖਣੀ, ਦਿੱਲੀ ਵਿਖੇ ਸਾਥੀਆਂ ਸਮੇਤ ਗੁਰੂ ਗੋਬਿੰਦ ਸਿੰਘ ਜੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਮਗਰੋਂ ਮਿਤੀ 11 ਨਵੰਬਰ ਸੰਨ 1675 ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਦਿੱਤੀ ਗਈ। ਬਾਬਾ ਬੁੱਢਾ ਜੀ ਦੀ ਅੰਸ਼ ਬਾਬਾ ਕੰਵਰ ਜੀ ਨੇ ਮਰਿਆਦਾ ਅਨੁਸਾਰ ਆਪ ਜੀ ਨੂੰ ਕਲਗੀ ਸਜਾ ਕੇ, ਸ਼੍ਰੀ ਸਾਹਿਬ ਗਾਤਰੇ ਪਹਿਨਾ ਕੇ, ਗੁਰਗੱਦੀ ਦਾ ਤਿਲਕ ਦੇ ਕੇ ਗੁਰਿਆਈ ਦੀ ਰਸਮ ਅਦਾ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਦੇ ਵਿਕਾਸ ਹਿੱਤ ਵਿੱਚ ਬਾਣੀ ਰਚਨਾ, ਦਸਮ ਗ੍ਰੰਥ ਦਾ ਸੰਕਲਨ, ਖਾਲਸਾ ਸਾਜਨਾ, ਅਨੰਦਪੁਰ ਵਿੱਚ ਵਿੱਦਿਆ, ਯੁੱਧ ਸਿੱਖਿਆ ਸਾਹਿਤ ਤੇ ਸੰਗੀਤ ਦੇ ਕੇਂਦਰ ਦੀ ਸਥਾਪਨਾ, ਮਸੰਦ ਪ੍ਰਥਾ ਦਾ ਖਾਤਮਾ, ਸਿੱਖੀ ਦੇ ਵਿਰੋਧੀਆਂ ਨਾਲ ਯੁੱਧ ਲੜਨੇ, ਸੁਰੱਖਿਅਤ ਹਿੱਤ ਕਿਲੇ ਉਸਾਰਨੇ, ਰਹਿਤ ਮਰਿਆਦਾ ਅਤੇ ਕਕਾਰਾਂ ਦੀ ਮਹੱਤਤਾ ਦਰਸਾਉਣਾ, ਦਮਦਮਾ ਸਾਹਿਬ ਵਾਲੀ ਬੀੜ ਤਿਆਰ ਕਰਵਾਉਣਾ, ਬਹਾਦਰ ਸ਼ਾਹ ਨਾਲ ਮਿਲਾਪ, ਸ਼ਹਾਦਤ ਆਦਿ ਪ੍ਰਮੁੱਖ ਕੰਮ ਕੀਤੇ। ਪ੍ਰਸਿੱਧ ਇਤਿਹਾਸਕਾਰ ਮੁਹੰਮਦ ਲਤੀਫ ਗੁਰੂ ਗੋਬਿੰਦ ਸਿੰਘ ਜੀ ਦੇ ਯੋਗਦਾਨ ਬਾਰੇ ਲਿਖਦਾ ਹੈ ਕਿ ਗੁਰੂ ਜੀ ਆਪੇ ਧਾਰਮਿਕ ਗੱਦੀ ਦੇ ਰੂਹਾਨੀ ਰਹਿਬਰ, ਜੰਗ ਵਿੱਚ ਨਿਰਭੈ ਯੋਧੇ, ਆਪਣੀ ਮਸਨਦ ਤੇ ਸੱਚਾ ਪਾਤਸ਼ਾਹ ਤੇ ਸੰਗਤ ਵਿੱਚ ਬੈਠਿਆਂ ਇੱਕ ਫਕੀਰ ਲੱਗਦੇ ਸਨ। ਸਿੱਖੀ ਦੇ ਵਿਕਾਸ ਹਿੱਤ ਚੁੱਕਿਆ ਗਿਆ ਇੱਕ ਬਹੁਤ ਵੱਡਾ ਕਦਮ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇਣੀ ਤੇ ਖਾਲਸੇ ਦੀ ਸਰਵ ਉੱਚਤਾ ਨੂੰ ਪ੍ਰਗਟਾਉਣਾ ਹੈ। ਇਸ ਪ੍ਰਸੰਗ ਵਿੱਚ ਡਾਕਟਰ ਦਰਸ਼ਨ ਸਿੰਘ ਨੇ ਲਿਖਿਆ ਹੈ ਕਿ ਦਸਮ ਗੁਰੂ ਸਾਹਿਬ ਦਾ ਗ੍ਰੰਥ ਅਤੇ ਪੰਥ ਨੂੰ ਗੁਰਿਆਈ ਦੇਣਾ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਸੰਗਤ ਦੀਆਂ 2 ਓਟਾਂ ਵਿੱਚ ਇੱਕ ਵਾਰ ਫਿਰ ਨਿਸ਼ਚਾ ਦੁਹਰਾਉਣ ਵਾਲਾ ਅਮਲ ਸੀ। ਗੁਰਿਆਈ ਦੇ ਇਸ ਰਸਮ ਤੋਂ ਬਾਅਦ ਸਿੱਖ ਧਰਮ ਵਿੱਚ ਇਹ ਪਰੰਪਰਾ ਅਖੰਡ ਰੂਪ ਵਿੱਚ ਪ੍ਰਚਲਿਤ ਹੈ। ਅਖੀਰ ਵਿੱਚ ਉਪਰੋਕਤ ਚਰਚਾ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਸਿੱਖ ਧਰਮ ਦਾ ਆਰੰਭ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ। ਮਗਰੋਂ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਾਸੇ ਆਪੋ ਆਪਣਾ ਯੋਗਦਾਨ ਪਾਇਆ। ਇਸੇ ਯੋਗਦਾਨ ਕਾਰਨ ਲਗਭਗ 500 ਸਾਲ ਪਹਿਲਾਂ ਲੱਗਿਆ ਸਿੱਖੀ ਦਾ ਬੂਟਾ ਅੱਜ ਜਵਾਨ ਦਰਖਤ ਬਣਦਾ ਜਾ ਰਿਹਾ ਹੈ।